ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰ ਤੁਮ ਭੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂ ਨ ਸਿਝਈ ਬਿਨ ਨਾਵੈ ਪਤ ਜਾਏ। ਸੁਕਾ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਪੰਜਵਾ। ਚਾਤ੍ਰਿਕ ਚਿਤਵਤ ਬਰਸਤ ਮਹਿ, ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ। ਹਰ ਪ੍ਰੇਮ ਭਗਤ ਕੋ ਨੇਹ ਰਹਾਉ। ਅਨੇਕ ਸੁਖ ਚਕਵੀ ਨਹੀਂ ਚਾਹਤ, ਆਨੰਦ ਪੂਰਨ ਪੇਖ ਦੇਹ। ਆਨ ਭਾਵਨਾ ਜੀਵਤ ਮੀਨਾ, ਬਿਨ ਜਲ ਮਰਨਾ ਤੇ। ਹਮ ਅਨਾਥ ਨਾਥ ਹਰ ਸਰਣੀ, ਆਪਣੀ ਕਿਰਪਾ ਕਰੇ। ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਨ ਨ ਕਹੇ। ਚਾਤ੍ਰਿਕ ਚਿਤਵਤ ਬਰਸਤ ਮਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਵਾਜ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰੂ ਜੀਆਂ ਨੇ ਇਸ ਵੇਲੇ ਕਿਰਪਾ ਕੀਤੀ ਹੈ, ਜੋ ਸਾਨੂੰ ਸਤ ਸੰਗਤ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ। ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਪੜ੍ਹ ਕੇ ਸਰਵਣ ਕਰਕੇ ਇਸ ਮਨੁੱਖਾ ਜਨਮ ਦਾ ਵੱਡਾ ਭਾਰੀ ਲਾਭ ਪ੍ਰਾਪਤ ਕੀਤਾ ਹੈ।
ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਪਰਮਾਤਮਾ ਨੂੰ ਮਿਲਣ ਦੀ ਇਹ ਵਾਰੀ ਹੈ ਮਨੁੱਖਾ ਜਨਮ। ਜੇ ਇਹਦੇ ਵਿੱਚ ਕਮਾਈ ਨਹੀਂ ਕਰ ਸਕੇ ਫਿਰ ਅੱਗੇ ਕੋਈ ਇਹੋ ਜਿਹਾ ਜਨਮ ਪ੍ਰਾਪਤ ਨਹੀਂ ਹੋਣਾ ਜਿਹਦੇ ਵਿੱਚ ਕਮਾਈ ਹੋ ਸਕੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕੋਈ ਇਹੋ ਜਿਹਾ ਜਨਮ ਨਹੀਂ ਜਿਹਦੇ ਵਿੱਚ ਪਰਮਾਤਮਾ ਪ੍ਰਾਪਤ ਹੋ ਸਕੇ। ਇਹ ਇੱਕ ਮਨੁੱਖਾ ਜਨਮ ਹੀ ਹੈ। ਇਸ ਧਰਤੀ ਮੈਂ ਤੇਰੀ ਸਿੱਖ ਉਦਾਰੀ, ਇਹ ਬਚਨ ਮਹਾਰਾਜ ਜੀਆਂ ਨੇ ਬਖਸ਼ੇ। ਸੋ ਗੁਰੂ ਪਾਤਸ਼ਾਹ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਪੰਜਵਾਂ। ਜੈ ਸ੍ਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਨੇ। ਇਹ ਅੱਜ ਦਾ ਸ਼ਬਦ ਆਪਾਂ ਨੂੰ 702 ਅੰਗ ਦੇ ਉੱਪਰ ਪ੍ਰਾਪਤ ਹੋ ਰਿਹਾ ਹੈ। ਸੋ ਮਹਾਰਾਜ ਜੀਆਂ ਦੀ ਬਾਣੀ ਮੱਧ ਭਾਗ ਦੇ ਸੋ ਪਹੁੰਚਣ ਵਾਲੀ ਹੈ, ਮੱਧ ਭਾਗ 'ਤੇ ਪਹੁੰਚਣ ਵਾਲੀ ਹੈ। ਸੋ ਇਹ ਜਿਹੜੇ ਸ਼ਬਦ ਨੇ ਇਹ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚੱਲ ਰਹੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਜੈ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਚਾਤ੍ਰਿਕ ਚਿਤਵਤ ਬਰਸਤ ਮਹਿ। ਸਤਿਗੁਰੂ ਬਖਸ਼ਿਸ਼ ਕਰਦੇ ਤਿੰਨ ਉਦਾਹਰਨਾਂ ਦਿੱਤੀਆਂ ਇੱਥੇ ਮਹਾਰਾਜ ਜੀਆਂ ਨੇ ਸਮਝਾਉਣ ਵਾਸਤੇ। ਤਿੰਨ ਉਦਾਹਰਨਾਂ ਦਿੰਦੇ ਨੇ ਜਾਂ ਕਹਿ ਲਈਏ ਦ੍ਰਿਸ਼ਟਾਂਤ ਦਿੰਦੇ ਨੇ ਸਮਝਾਉਣ ਵਾਸਤੇ ਵੀ ਕਿਵੇਂ ਦੀ ਪ੍ਰੀਤੀ ਹੋਣੀ ਚਾਹੀਦੀ ਹੈ। ਪਹਿਲਾ ਬਚਨ ਮਹਾਰਾਜ ਨੇ ਇੱਥੇ ਬਬੀਹੇ ਦਾ ਵਰਤਿਆ ਹੈ। ਫਰਮਾਉਂਦੇ ਨੇ ਚਾਤ੍ਰਿਕ ਚਿਤਵਤ। ਜਿਹੜਾ ਚਾਤ੍ਰਿਕ ਬਬੀਹਾ ਹੈ ਨਾ ਉਹ ਚਿਤਵਤ ਕਹੀਏ ਚਾਹੁੰਦਾ ਹੈ। ਕੀ ਚਾਹੁੰਦਾ ਹੈ? ਬਰਸਤ ਮੇਹ, ਕਿ ਇਹ ਜਿਹੜਾ ਮੇਘ ਹੈ ਨਾ ਮੇਘ ਬੱਦਲ ਇਹਨਾਂ ਵਿੱਚੋਂ ਮੀਂਹ ਪਵੇ, ਬਰਸਾਤ ਹੋਵੇ। ਬਬੀਹਾ ਇਹ ਚਾਹੁੰਦਾ। ਉਹਦਾ ਕਾਰਨ ਇਹ ਹੈ ਕਿ ਬਬੀਏ ਨੂੰ ਪਿਆਸ ਲੱਗੀ ਹੈ ਸਵੰਤੀ ਬੂੰਦ ਦੀ। ਭਾਵੇਂ ਧਰਤੀ 'ਤੇ ਕਿੰਨਾ ਵੀ ਪਾਣੀ ਹੈ, ਨਦੀਆਂ ਦਰਿਆ ਭਰੇ ਪਏ ਨੇ, ਸਮੁੰਦਰ ਭਰੇ ਪਏ ਨੇ, ਝਰਨੇ ਭਰੇ ਪਏ ਨੇ, ਪਾਣੀ ਬੜਾ, ਬਰਸਾਤ ਦਾ ਪਾਣੀ ਵੀ ਇਕੱਠਾ ਹੋ ਜਾਂਦਾ। ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਬਬੀਹੇ ਦੀ ਪਿਆਸ ਨਹੀਂ ਬੁਝੀ ਹੈ। ਉਹਦਾ ਕਾਰਨ ਇਹ ਹੈ ਬਬੀਹੇ ਨੂੰ ਬਹੁਤਾ ਪਾਣੀ ਨਹੀਂ ਚਾਹੀਦਾ, ਕੇਵਲ ਪਿਆਸ ਬੁਝਾਉਣ ਵਾਸਤੇ ਸਵੰਤੀ ਬੂੰਦ ਚਾਹੀਦੀ ਹੈ। ਤੇ ਜਿਹੜੀ ਸਵੰਤੀ ਬੂੰਦ ਹੈ ਨਾ ਗੁਰਮੁਖੋ ਉਹ ਮਿਲਣੀ ਹੈ ਬੱਦਲਾਂ ਦੇ ਵਿੱਚੋਂ ਹੀ ਆਉਣੀ ਹੈ, ਆਉਣੀ ਆਕਾਸ਼ ਦੇ ਵਿੱਚੋਂ ਹੀ ਆ, ਮੀਂਹ ਦੇ ਰਾਹੀਂ। ਉਸ ਬੂੰਦ ਨੂੰ ਜਦੋਂ ਬਬੀਹਾ ਪੀਵੇਗਾ ਉਹਦੇ ਅੰਦਰ ਜਾਵੇਗੀ, ਉਹਦੀ ਪਿਆਸ ਤਾਂ ਬੁਝਣੀ ਹੈ। ਹੁਣ ਮੰਨ ਲਓ ਆਪਾਂ ਨੂੰ ਪਿਆਸ ਲੱਗੀ ਹੋਵੇ, ਆਪਾਂ ਝੱਟ ਬਾਅਦ ਪਾਣੀ ਪੀਵਾਂਗੇ। ਜੇ ਆਪਣੇ ਕੋਲ ਪਾਣੀ ਨਹੀਂ ਹੈ ਤੇ ਆਪਾਂ ਗੱਲ ਵਾਰ-ਵਾਰ ਪਾਣੀ ਦੀ ਕਰਾਂਗੇ। ਜੇ ਪਾਣੀ ਘੁੱਟ ਮਿਲ ਜਾਵੇ, ਪਾਣੀ ਮਿਲ ਜਾਵੇ, ਕਿਉਂਕਿ ਸਾਨੂੰ ਪਾਣੀ ਦੀ ਪਿਆਸ ਹੈ। ਤੇ ਗੁਰਮੁਖੋ ਬਬੀਹੇ ਦਾ ਤੇ ਜੀਵਨ ਹੀ ਸਵੰਤੀ ਬੂੰਦ ਹੈ। ਜੇ ਹੋਵੇਗੀ ਨਹੀਂ ਤੇ ਉਹਦਾ ਜੀਵਨ ਹੀ ਕੋਈ ਨਹੀਂ ਹੈ। ਚਾਤ੍ਰਿਕ ਚਿਤਵਤ ਬਰਸਤ ਮੇਹ। ਚਾਤ੍ਰਿਕ ਜਿਹੜਾ ਬਬੀਹਾ ਹੈ ਉਹ ਆਪਣੇ ਮਨ ਦੇ ਚੇਤੇ ਦੇ ਵਿੱਚ ਬਰਸਾਤ ਨੂੰ ਚੇਤੇ ਕਰਦਾ, ਬੱਦਲਾਂ ਦੇ ਵਿੱਚੋਂ ਡਿੱਗਣ ਵਾਲੀਆਂ ਕਣੀਆਂ ਨੂੰ ਚੇਤੇ ਕਰਦਾ ਹੈ। ਇਹਦੇ ਵਿੱਚੋਂ ਮੈਨੂੰ ਸਵੰਤੀ ਬੂੰਦ ਮਿਲੇ, ਮੇਰੀ ਪਿਆਸ ਬੁੱਝ ਜਾਵੇ। ਇਸੇ ਤਰ੍ਹਾਂ ਮਹਾਰਾਜ ਜੀ ਮੈਂ ਵੀ ਚਾਤ੍ਰਿਕ ਬਬੀਹੇ ਦੇ ਵਾਂ ਤੇ ਮੈਂ ਵੀ ਤੇਰੇ ਕੋਲੋਂ ਕੀ ਮੰਗਦਾ ਹਾਂ? ਸਵੰਤੀ ਬੂੰਦ ਦੇ ਵਾਂਗ ਨਾਮ ਦੀ ਦਾਤ ਮੰਗਦਾ ਹਾਂ। ਕਿਉਂਕਿ ਅਸੀਂ ਵੀ ਜਿੰਨੇ ਮਰਜ਼ੀ ਪਦਾਰਥ ਖਾ ਲਈਏ,
ਜਿੰਨੇ ਮਰਜ਼ੀ ਪਦਾਰਥ ਜੋੜ ਲਈਏ, ਨਾ ਖਾਧਿਆ ਰੱਜ ਆਉਣਾ, ਨਾ ਜੋੜਿਆਂ ਰੱਜ ਆਉਂਦਾ। ਜਿਵੇਂ ਦੁਨੀਆ 'ਤੇ ਨਦੀਆਂ, ਨਹਿਰਾਂ, ਸਮੁੰਦਰ ਪਾਣੀ ਦੇ ਭਰੇ ਨੇ, ਛੱਪੜ ਤਲਾਬ, ਪਰ ਬਬੀਹੇ ਨੂੰ ਰੱਜ ਨਹੀਂ ਆਇਆ ਜਿੰਨਾ ਚਿਰ ਸਵਾਤੀ ਬੂੰਦ ਨਹੀਂ ਮਿਲੀ ਹੈ। ਉਹਨਾਂ ਚਿਰ ਪਾਣੀ ਭਾਵੇਂ ਕਿੰਨਾ ਵੀ ਹੈ, ਪਰ ਉਹਦੇ ਮਤਲਬ ਦਾ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਸਤਿਗੁਰਾਂ ਦੇ ਅੱਗੇ ਬੇਨਤੀ ਕਰ ਮਹਾਰਾਜ ਸਾਹਿਬ ਜੀ, ਦੁਨੀਆ ਵਿੱਚ ਪਦਾਰਥ ਤੇ ਬੜੇ ਨੇ, ਖਾਣ ਵਾਲੇ, ਪੀਣ ਵਾਲੇ, ਜੋੜਨ ਵਾਲੇ, ਭੋਗਣ ਵਾਲੇ, ਪਰ ਉਹਨਾਂ ਇੰਨੇ ਪਦਾਰਥਾਂ ਵਿੱਚੋਂ ਮੇਰੀ ਪਿਆਸ ਉਸ ਦਿਨ ਬੁਝੇਗੀ ਜਿਸ ਵੇਲੇ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਸ ਦਿਨ ਨਾਮ ਦੀ ਕਣੀ ਮੇਰੇ ਅੰਦਰ ਪਾਓਗੇ ਨਾ, ਰੱਜ ਉਸ ਦਿਨ ਆਉਣਾ, ਉਹਦੇ ਤੋਂ ਬਿਨਾਂ ਰੱਜ ਨਹੀਂ ਆ ਸਕਦਾ। ਮਹਾਰਾਜ ਕਹਿਣ ਲੱਗੇ, ਸਹਿਸ ਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਕੋਈ ਹਜ਼ਾਰਾਂ ਦੀ ਤਮੰਨਾ ਰੱਖ ਕੇ ਬੈਠਾ, ਕੋਈ ਲੱਖਾਂ ਦੀ ਰੱਖ ਕੇ ਬੈਠਾ, ਕੋਈ ਕਰੋੜਾਂ ਦੀ ਰੱਖੀ ਬੈਠਾ, ਕੋਈ ਅਰਬਾਂ ਖਰਬਾਂ ਦੀ ਰੱਖੀ ਬੈਠਾ, ਪਰ ਰੱਜ ਤੇ ਕਿਸੇ ਨੂੰ ਵੀ ਨਹੀਂ, ਰੱਜਿਆ ਤੇ ਕੋਈ ਵੀ ਨਹੀਂ। ਪਾਣੀ ਤੇ ਬੜਾ ਦੁਨੀਆ ਤੇ, ਉਹ ਪਾਣੀ ਬਬੀਹੇ ਦੀ ਪਿਆਸ ਨਹੀਂ ਬੁਝਾ ਸਕਦਾ। ਧਨ ਦੌਲਤ ਤੇ ਬੜੀ ਹੈ, ਪਿਆਸ ਤੇਰੀ ਵੀ ਨਹੀਂ ਬੁਝੇਗੀ। ਇਹ ਬੁਝਣੀ ਉਦੋਂ ਹੈ ਜਿਵੇਂ ਸਵਾਂਤੀ ਬੂੰਦ ਦੇ ਵਾਂਗ ਤੈਨੂੰ ਨਾਮ ਦਾ ਕਿਨਕਾ ਪ੍ਰਾਪਤ ਹੋਇਆ। ਜਿਸ ਵੇਲੇ ਨਾਮ ਜਪੇਗਾ, ਨਾਮ ਦੀ ਕਮਾਈ ਕਰੇਗਾ, ਉਸ ਵੇਲੇ ਤੇਰੀ ਇਹ ਪਿਆਸ ਬੁਝਣੀ ਹੈ। ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ, ਹੈ ਕਿਰਪਾ ਦੇ ਸਮੁੰਦਰ ਪਰਮੇਸ਼ਰ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਕਿਰਪਾ ਕਰੋ। ਕਿਰਪਾ ਸਿੰਧ, ਸਿੰਧ ਨਾਮ ਸਮੁੰਦਰ ਦਾ। ਪਰਮਾਤਮਾ ਤੂੰ ਤੇ ਕਿਰਪਾ ਦਾ ਸਮੁੰਦਰ ਹੈ, ਤੇ ਸਮੁੰਦਰ ਵਿੱਚੋਂ ਕੋਈ ਬੁੱਕ ਭਰ ਵੀ ਲਵੇ, ਕੋਈ ਚੁਲੀ ਭਰ ਵੀ ਲਵੇ, ਕੋਈ ਬਾਲਟੀ ਭਰ ਵੀ ਲਵੇ, ਤੇ ਸਮੁੰਦਰ ਨੂੰ ਫਰਕ ਕੋਈ ਨਹੀਂ ਪੈਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਆਪ ਜੀ ਕਿਰਪਾ ਦੇ ਸਮੁੰਦਰ, ਥੋੜ੍ਹੀ ਜਿਹੀ ਕਿਰਪਾ ਮੇਰੇ 'ਤੇ ਕਰ ਦਿਓ। ਇੱਕ ਬੁੱਕ ਭਰ ਕੇ ਸਮੁੰਦਰ ਵਿੱਚੋਂ ਪਾਣੀ ਕੱਢਣ ਵਾਲੀ ਗੱਲ ਹੈ। ਆਪਣੀਆਂ ਬਖਸ਼ਿਸ਼ਾਂ ਵਿੱਚੋਂ ਥੋੜ੍ਹੀ ਜਿਹੀ ਬਖਸ਼ਿਸ਼, ਥੋੜ੍ਹੀ ਜਿਹੀ ਕਿਰਪਾ ਮੇਰੇ 'ਤੇ ਕਰ ਦਿਓ। ਪਰਮਾਤਮਾ ਥੋੜ੍ਹੀ ਜਿਹੀ ਕਿਰਪਾ ਕਰਨ ਦੇ ਨਾਲ ਸਮੁੰਦਰ ਦੇ ਵਾਂਗ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਤੇ ਮੇਰੀ ਪਿਆਸ ਬੁਝ ਜਾਣੀ ਹੈ। ਕਿਰਪਾ ਸਿੰਧ, ਇਹ ਕਿਰਪਾ ਦੇ ਸਮੁੰਦਰ, ਕਰੁਣਾ ਪ੍ਰਭ ਧਾਰੋ, ਮੇਰੇ ਤੇ ਕਰੁਣਾ ਕਰੋ, ਕਿਰਪਾ ਕਰੋ, ਬਖਸ਼ਿਸ਼ ਕਰਨਾ ਕਰੋ। ਹਰ ਪ੍ਰੇਮ ਭਗਤ ਕੋ ਨੇ, ਮੈਨੂੰ ਪ੍ਰੇਮਾ ਭਗਤੀ ਦਾ ਪ੍ਰੇਮ ਲੱਗ ਜਾਵੇ। 9 ਤਰ੍ਹਾਂ ਦੀ ਭਗਤੀ ਵਿਦਵਾਨਾਂ ਨੇ ਲਿਖੀ ਹੈ ਗ੍ਰੰਥਾਂ ਦੇ ਵਿੱਚ। 9 ਭਗਤੀਆਂ ਵਿੱਚੋਂ ਇੱਕ ਵੀ ਭਗਤੀ ਕਰੇਗਾ ਮੁਕਤ ਹੋ ਜਾਏਗਾ। ਜਿਸ ਤਰ੍ਹਾਂ ਆਪਾਂ ਬੈਠੇ ਆ ਨਾ ਦਰਬਾਰ ਵਿੱਚ ਕਥਾ ਸੁਣਦੇ ਪਏ ਹਾਂ, ਪਹਿਲਾਂ ਆਪਾਂ ਕੀਰਤਨ ਸਰਵਣ ਕੀਤਾ, ਇਹ ਜਿਹੜਾ ਸੁਣਨਾ ਹੈ ਇਹ ਵੀ ਇੱਕ ਭਗਤੀ ਹੈ। ਜੇ ਧਿਆਨ ਨੂੰ ਜੋੜ ਕੇ ਸੁਣੇਗਾ, ਇਹ ਸੁਣਦਿਆਂ ਸਾਰ ਮੁਕਤ ਹੋ ਜਾਏਗਾ। ਜੇ ਸੁਣਨ ਵੇਲੇ ਗੁਰਬਾਣੀ ਦਾ ਕੀਰਤਨ ਪਾਠ ਜਾਂ ਕਥਾ ਨੂੰ ਤੇਰਾ ਮਨ ਟਿਕੇਗਾ, ਤੇ ਪਾਤਸ਼ਾਹ ਕਹਿਣ ਲੱਗੇ ਤੂੰ ਮੁਕਤ ਹੋ ਜਾਵੇਂਗਾ, ਕਿਉਂਕਿ 9 ਭਗਤੀਆਂ ਵਿੱਚੋਂ ਇਹ ਵੀ ਇੱਕ ਭਗਤੀ ਹੈ। ਤੇ ਜਿਹੜੀਆਂ 9 ਭਗਤੀਆਂ ਨੇ ਉਹਦੇ ਵਿੱਚੋਂ ਕੀਰਤਨ ਵੀ ਇੱਕ ਭਗਤੀ ਹੈ। ਜਿਹੜਾ ਕੀਰਤਨ ਕਰਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਬਾਣੀ ਦਾ ਬਚਨ ਹੈ ਨਾ, ਜਿਹੜਾ ਕੀਰਤਨ ਕਰਨਾ ਇਹ ਵੀ ਇੱਕ ਭਗਤੀ ਹੈ। ਜਿਹੜਾ ਕੀਰਤਨ ਸਰਵਨ ਕਰਨਾ ਇਹ ਵੀ ਇੱਕ ਭਗਤੀ ਹੈ। ਦੋਨਾਂ ਵਿੱਚੋਂ ਕੋਈ ਵੀ ਕਰੇਗਾ ਮੁਕਤ ਹੋ ਜਾਏਗਾ, ਪਰ ਤੇਰੀ ਭਾਵਨਾ ਹੋਣੀ ਚਾਹੀਦੀ ਹੈ, ਪ੍ਰੇਮ ਤੇ ਸ਼ਰਧਾ ਹੋਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਰ ਪ੍ਰੇਮ ਭਗਤ ਕੋ ਨੇ, ਹਾਂ ਪ੍ਰੇਮਾ ਭਗਤੀ ਦਾ ਨੇ ਕਹੀਏ ਪ੍ਰੇਮ। ਭਗਤੀ ਕਰਾਂ ਪਰ ਪ੍ਰੇਮ ਦੇ ਨਾਲ ਕਰਾਂ, ਨਾਮ ਜਪਾਂ ਪਰ ਪ੍ਰੇਮ ਦੇ ਨਾਲ ਜਪਾਂ, ਸਿਮਰਨ ਕਰਾਂ ਪਰ ਪ੍ਰੇਮ ਦੇ ਨਾਲ ਕਰਾਂ। ਮੈਨੂੰ ਬੱਧਾ ਝੱਟੀ ਨਾ ਭਰਨੀ ਪਵੇ, ਐਸੀ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੇ ਨਾਮ ਨੂੰ ਪ੍ਰੇਮ ਦੇ ਨਾਲ ਜਪਨਾ ਕਰਾਂ। ਰਹਾਉ ਅਨੇਕ ਸੁਖ ਚੱਕਵੀ ਨਹੀਂ ਚਾਹਤ, ਆਨੰਦ ਪੂਰਨ ਪੇਖ ਦੇਹ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਇੱਕ ਚੱਕਵੀ ਦਾ ਉਦਾਹਰਨ ਦਿੱਤੀ ਹੈ। ਚੱਕਵੀ ਤੇ ਚੱਕਵਾ ਇੱਕ ਪੰਛੀ ਹੈ, ਔਰ ਇਹਨਾਂ ਦਾ ਆਕਾਰ ਕੋਈ ਬਹੁਤਾ ਵੱਡਾ ਨਹੀਂ।
ਜਿਸ ਤਰ੍ਹਾਂ ਆਪਾਂ ਕਹਿ ਲਈਏ ਤਿੱਤਰ ਹੁੰਦਾ ਨਾ, ਤਿੱਤਰ ਪੰਛੀ ਹੁੰਦਾ, ਜਾਂ ਕਹਿ ਲਈਏ ਵੀ ਕਬੂਤਰ ਤੋਂ ਥੋੜ੍ਹਾ ਜਿਹਾ ਛੋਟਾ, ਇਸ ਤਰ੍ਹਾਂ ਦੇ ਆਕਾਰ ਦਾ ਇਹ ਪੰਛੀ ਹੈ ਜਿਸ ਨੂੰ ਚਕਵੀ ਕਿਹਾ ਜਾਂਦਾ। ਚਕਵੀ ਤੇ ਚਕਵਾ ਅਕਸਰ ਹੀ ਜਿਹੜੇ ਨੇ ਸੂਰਜ ਦੇ ਕਿਨਾਰੇ, ਦਰਿਆ ਦੇ ਕਿਨਾਰੇ ਰਹਿੰਦੇ, ਟਾਹਣੀ ਦੇ ਉੱਪਰ ਬੈਠੇ। ਪਰ ਚਕਵੀ ਚਕਵਾ ਇੱਕ ਦੂਜੇ ਤੋਂ ਵੱਖਰੇ ਨਹੀਂ ਹੋ ਸਕਦੇ। ਸੂਰਜ ਛਿਪਿਆ, ਹਨੇਰਾ ਹੋ ਗਿਆ, ਹਨੇਰੇ ਵਿੱਚ ਦੋਨੇ ਜਾਣੇ ਇਹੋ ਜਿਹੇ ਭੜਕੇ, ਆਵਾਜ਼ ਤੇ ਸੁਣਾਈ ਦਿੰਦੀ ਹੈ ਪਰ ਦਿਖਾਈ ਨਹੀਂ ਦਿੰਦਾ। ਹੁਣ ਚਕਵਾ ਤੇ ਟਾਹਣੀ ਤੇ ਬੈਠਾ ਹੋਇਆ, ਚਕਵੀ ਨੂੰ ਇਹ ਲੱਗਦਾ ਹੈ, ਮਾਦਾ ਨੂੰ ਇਹ ਲੱਗਦਾ ਵੀ ਉਹ ਮੇਰੇ ਨੇੜੇ ਨਹੀਂ ਹੈ, ਕਿਤੇ ਦੂਜੇ ਪਾਸੇ ਚਲਾ ਗਿਆ। ਉਹ ਚਕਵੀ ਵਿਚਾਰੀ ਸਾਰੀ ਰਾਤ ਦਰਿਆ ਦੇ ਇੱਕ ਕਿਨਾਰੇ ਤੋਂ ਦੂਜਾ, ਦੂਜੇ ਤੋਂ ਪਹਿਲਾ, ਪਹਿਲੇ ਤੋਂ ਦੂਜਾ, ਉਹ ਦਰਿਆ ਦੇ ਉੱਤਰ ਚੱਕਰ ਹੀ ਲਾਉਂਦੀ ਰਹਿੰਦੀ ਹੈ ਸਾਰੀ ਰਾਤ। ਇਸ ਪਾਸੇ ਆਉਂਦੀ ਹੈ ਤੇ ਲੱਗਦਾ ਵੀ ਉਹ ਦੂਜੇ ਪਾਸੇ ਹੋਵੇਗਾ, ਦੂਜੇ ਪਾਸੇ ਜਾਂਦੀ ਹੈ ਲੱਗਦਾ ਪਹਿਲੇ ਪਾਸੇ ਹੋਵੇਗਾ। ਮਹਾਰਾਜ ਜੀਆਂ ਨੇ ਬਚਨ ਲਿਖਿਆ, ਕਹਿਣ ਲੱਗੇ ਚੱਕੀ ਜੋ ਨਿਸ ਬਿਸਰੈ। ਰਾਤ ਨੂੰ ਚਕਵੀ ਚਕਵੇ ਨਾਲੋਂ ਵਿਛੜ ਜਾਂਦੀ ਹੈ। ਆਏ ਮਿਲੇ ਪ੍ਰਭਾਤ, ਦਿਨ ਚੜ੍ਹਿਆ, ਸੂਰਜ ਦਾ ਪ੍ਰਕਾਸ਼ ਹੋਇਆ ਤੇ ਉਹ ਚਕਵੀ ਚਕਵੇ ਨੂੰ ਮਿਲ ਜਾਏਗੀ। ਪਰ ਕਬੀਰ ਸਾਹਿਬ ਜੀ ਕਹਿਣ ਲੱਗੇ, ਜੋ ਨਰ ਵਿਛੜੇ ਰਾਮ ਸਿਉ। ਚਕਵੀ ਤੇ ਵਿਛੜੀ ਹੈ ਪਰ ਸਵੇਰੇ ਮਿਲ ਪਈ ਹੈ, ਰਾਤ ਹੀ ਵਿਛੋੜਾ, ਦਿਨੇ ਤੇ ਮਿਲਾਪ ਹੋ ਗਿਆ। ਪਰ ਜਿਹੜੇ ਲੋਕ ਰਾਮ ਦੇ ਨਾਲੋਂ ਵਿਛੜ ਗਏ ਨੇ, ਜੋ ਨਰ ਵਿਛੜੇ ਰਾਮ ਸਿਉ, ਜਿਹੜੇ ਰਾਮ ਦੇ ਨਾਲੋਂ ਵਿਛੜੇ ਨੇ, ਨਾ ਦਿਨ ਮਿਲੇ ਨਾ ਰਾਤ। ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਘੜੀ ਹੈ, ਕੋਈ ਸਮਾਂ ਹੈ ਵੀ ਅਸੀਂ ਰਾਤ ਨੂੰ ਜਾ ਕੇ ਆਖੀਏ ਵੀ ਹੁਣ ਸਾਨੂੰ ਰੱਬ ਮਿਲ ਗਿਆ? ਰਾਤ ਨੂੰ ਨਹੀਂ ਮਿਲਿਆ ਤੇ ਦਿਨੇ ਮਿਲ ਗਿਆ, ਕੋਈ ਹੈ ਸਾਡੇ ਕੋਲ ਇਸ ਤਰ੍ਹਾਂ ਦਾ ਸਾਧਨ? ਨਹੀਂ, ਸਾਨੂੰ ਰਾਤ ਵੀ ਨਹੀਂ ਮਿਲਿਆ, ਸਾਨੂੰ ਦਿਨ ਵੀ ਨਹੀਂ ਮਿਲਿਆ, ਅਸੀਂ ਤੇ ਉਹ ਚਕਵੀ ਦੇ ਨਾਲੋਂ ਵੀ ਗਏ ਗੁਜ਼ਰੇ ਹਾਂ। ਮਹਾਰਾਜ ਇੱਥੇ ਕਹਿਣ ਲੱਗੇ, ਅਨਕ ਸੂਖ ਚਕਵੀ ਨਹਿ ਚਾਹਤ। ਚਕਵੀ ਚਕਵੇ ਨਾਲੋਂ ਵੱਖਰੀ ਹੋ ਗਈ ਹੈ। ਤੁਸੀਂ ਜਿੰਨੇ ਮਰਜ਼ੀ ਚਕਵੀ ਨੂੰ ਸੁੱਖ ਦੇ ਦਿਓ ਵੀ ਚਕਵੀਏ ਇੱਥੇ ਬੈਠ ਜਾ, ਤੈਨੂੰ ਚੋਗਾ ਚੁਗਣ ਵਾਸਤੇ ਦਿੰਦੇ ਆ, ਪਾਣੀ ਪੀਣ ਵਾਸਤੇ ਦਿੰਦੇ ਆ, ਠੰਡੀ ਹਵਾ ਵਾਸਤੇ ਪੱਖਾ ਲਾ ਦਿੰਦੇ ਆ, ਜਿੰਨੇ ਮਰਜ਼ੀ ਤੁਸੀਂ ਦੁਨਿਆਵੀ ਸੁੱਖ ਜਿਹੜੇ ਨੇ ਚਕਵੀ ਨੂੰ ਦੇ ਦਿਓ, ਪਰ ਚਕਵੀ ਨੇ ਕਹਿਣਾ ਵੀ ਮੈਨੂੰ ਇਹ ਸੁੱਖ ਨਹੀਂ ਚਾਹੀਦੇ, ਨਾ ਮੈਨੂੰ ਇਹ ਦਾਣੇ ਚਾਹੀਦੇ, ਨਾ ਮੈਨੂੰ ਇਹ ਪਾਣੀ ਚਾਹੀਦਾ, ਨਾ ਮੈਨੂੰ ਇਹ ਪੱਖਾ ਚਾਹੀਦਾ, ਮੈਨੂੰ ਤੇ ਕੇਵਲ ਚਕਵਾ ਚਾਹੀਦਾ ਜਿਹਦੇ ਨਾਲ ਮੇਰੀ ਜੋੜੀ ਬਣਨੀ ਹੈ, ਜਿਹਦੇ ਨਾਲ ਮੇਰਾ ਸਨੇਹ ਹੈ। ਚੱਕੀ ਜੋ ਨਿਸ ਬਿਸਰੈ, ਆਏ ਮਿਲੇ ਪ੍ਰਭਾਤ। ਇੱਥੇ ਮਹਾਰਾਜ ਕਹਿਣ ਲੱਗੇ, ਅਨਕ ਸੂਖ ਚਕਵੀ ਨਹੀਂ ਚਾਹਤ। ਜਿਹੜੀ ਚਕਵੀ ਹੈ ਉਹਨੂੰ ਸੁੱਖ ਜਿੰਨੇ ਮਰਜ਼ੀ ਦੇ ਦਿਓ ਦੁਨਿਆਵੀ, ਦੁਨੀਆ ਦੇ, ਪਰ ਉਹ ਨਹੀਂ ਚਾਹੁੰਦੀ ਹੈ ਕਿ ਮੈਨੂੰ ਸੁੱਖ ਮਿਲੇ। ਕੀ ਮਿਲੇ? ਇਹ ਚਾਹੁੰਦੀ ਹੈ ਕਿ ਮੈਨੂੰ ਚਕਵਾ ਮਿਲ ਜਾਵੇ, ਮੇਰਾ ਜੀਵਨ ਸਾਥੀ ਮਿਲ ਜਾਵੇ। ਬਖਸ਼ਿਸ਼ ਕਰਦੇ ਹਨ। ਆਨੰਦ ਪੂਰਨ ਪੇਖ ਦੇਹ। ਕਹਿਣ ਲੱਗੇ, ਦੇਹ ਤੋਂ ਭਾਵ ਸੂਰਜ। ਜਿਸ ਵੇਲੇ ਸੂਰਜ ਚੜ੍ਹਦਾ ਨਾ, ਸਵੇਲ ਵੇਲੇ ਸੂਰਜ ਦਾ ਪ੍ਰਕਾਸ਼ ਹੁੰਦਾ ਗੁਰਮੁਖੋ, ਉਸ ਵੇਲੇ ਫਿਰ ਚਕਵੀ ਜਿਹੜੀ ਹੈ ਚਕਵੇ ਨੂੰ ਮਿਲ ਜਾਂਦੀ ਹੈ ਤੇ ਫਿਰ ਉਹਨੂੰ ਕਿੰਨਾ ਆਨੰਦ ਆਉਂਦਾ ਹੈ, ਕਿੰਨੀ ਉਹ ਖੁਸ਼ ਹੁੰਦੀ ਹੈ, ਕਿੰਨੀ ਉਹ ਪ੍ਰਸੰਨ ਹੁੰਦੀ ਹੈ। ਇਸ ਗੱਲ ਨੂੰ ਕਹਿ ਕੋਈ ਨਹੀਂ ਸਕਦਾ, ਇਸ ਗੱਲ ਨੂੰ ਦੱਸ ਕੋਈ ਨਹੀਂ ਸਕਦਾ। ਦੁਨੀਆ ਦੇ ਪਦਾਰਥ ਚਕਵੀ ਵਾਸਤੇ ਫਿੱਕੇ ਨੇ, ਜਿੰਨਾ ਚਿਰ ਚਕਵਾ ਨਹੀਂ ਮਿਲਿਆ, ਉਹਦਾ ਜੀਵਨ ਸਾਥੀ ਨਹੀਂ ਮਿਲਿਆ। ਤੇ ਜੀਵਨ ਸਾਥੀ ਉਦੋਂ ਮਿਲਿਆ ਜਿਸ ਵੇਲੇ ਸੂਰਜ ਚੜ੍ਹਿਆ, ਸੂਰਜ ਦਾ ਪ੍ਰਕਾਸ਼ ਹੋਇਆ, ਚਾਨਣ ਹੋਇਆ ਤੇ ਤਾਂ ਮਿਲਾਪ ਹੋਇਆ। ਪਰ ਗੁਰਮੁਖੋ, ਟੁੱਟੇ ਹੋਏ ਤੇ ਅਸੀਂ ਵੀ ਪਰਮਾਤਮਾ ਦੇ ਨਾਲੋਂ ਹਾਂ, ਪਰ ਅਸੀਂ ਤੇ ਨਹੀਂ ਜੁੜੇ। ਜਿੰਨਾ ਚਿਰ ਜੁੜਦੇ ਨਹੀਂ ਨਾ, ਅਨਕ ਸੂਖ ਚਕਵੀ ਨਹੀਂ ਚਾਹਤ। ਮਹਾਰਾਜ, ਇਹ ਜੀਵ ਰੂਪੀ ਜਿਹੜੀ ਚਕਵੀ ਹੈ, ਇਹਨੂੰ ਦੁਨਿਆਵੀ ਪਦਾਰਥ ਜਿੰਨੇ ਮਰਜ਼ੀ ਤੁਸੀਂ ਦੇ ਦਿਓ, ਸਹਿਸ ਕਟੇ ਲੱਖ ਕੋਟ ਧਾਵੈ। ਲੱਖਾਂ ਪਦਾਰਥ ਮਿਲ ਗਏ, ਲੱਖਾਂ ਪਦਾਰਥ ਛਕ ਲੈ, ਲੱਖਾਂ ਪਦਾਰਥ ਜੋੜ ਲੈ, ਇਹ ਜਿੰਨੇ ਮਰਜ਼ੀ ਦੇ ਦਿਓ, ਇਹ ਪਦਾਰਥਾਂ ਦੀ ਮੰਗ ਇਹਦੀ ਨਹੀਂ ਹੈ। ਇਹਦੀ ਮੰਗ ਇਹ ਹੈ, ਆਨੰਦ ਪੂਰਨ ਦੇ ਹਾਂ, ਮੈਨੂੰ ਗੁਰੂ ਰੂਪੀ ਸੂਰਜ ਪ੍ਰਾਪਤ ਹੋਣਾ ਚਾਹੀਦਾ, ਗੁਰੂ ਮਿਲਣਾ ਚਾਹੀਦਾ। ਤੇ ਪਿਆਸ ਕਿਵੇਂ ਦੀ ਹੋਵੇ?
ਜਿਵੇਂ ਬੀਬੀ ਅਮਰੋ ਜੀਆਂ ਦੇ ਕੋਲੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ, ਕਲ ਕਲਵਾਣੀ। ਇਹ ਬਚਨ ਹੈ ਨਾ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਚਨ ਸਰਵਣ ਕੀਤਾ ਬੀਬੀ ਅਮਰੋ ਜੀ ਦੇ ਮੁਖੋਂ ਅੰਮ੍ਰਿਤ ਵੇਲੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਐਸੀ ਪਿਆਸ ਲੱਗੀ ਹੈ, ਦਿਨ ਚੜ੍ਹਿਆ ਬੇਨਤੀ ਕਰਦੇ, ਛੇਤੀ ਤੋਂ ਛੇਤੀ ਜਿੰਨਾ ਵੀ ਹੋ ਸਕਦਾ ਮੈਨੂੰ ਗੁਰੂ ਪਾਤਸ਼ਾਹ ਦੇ ਕੋਲ ਲੈ ਚੱਲ। ਇਹ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਦੀ ਪਿਆਸ ਲੱਗੀ ਹੈ, ਤੇ ਜਿਨ੍ਹਾਂ ਨੂੰ ਪਿਆਸ ਲੱਗੀ ਹੈ ਫਿਰ ਗੁਰੂ ਰੂਪੀ ਸੂਰਜ ਉਹਨਾਂ ਨੂੰ ਪ੍ਰਾਪਤ ਹੁੰਦਾ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮਿਲਾਪ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਹੋਇਆ। ਆਪਣੇ ਗਲ ਦੇ ਨਾਲ ਲਾਉਣ ਵਾਸਤੇ ਉੱਠ ਪਏ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਵੀ ਸਾਡੇ ਕੁੜਮ ਸਾਹਿਬ ਆ ਗਏ ਨੇ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਨਹੀਂ ਮਹਾਰਾਜ, ਅੱਜ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਅੱਜ ਮੈਂ ਸੇਵਕ ਬਣ ਕੇ ਆਇਆ। ਚਰਨਾਂ ਤੇ ਨਮਸਕਾਰ ਕਰ ਲੈਣ ਦਿਓ। ਚਰਨਾਂ ਤੇ ਨਮਸਕਾਰ ਕੀਤੀ, ਸੇਵਾ ਮੰਗ ਲਈ ਜਲ ਢੋਣ ਦੇ। ਇਹ ਹੈ ਜਿਨ੍ਹਾਂ ਨੂੰ ਗੁਰੂ ਰੂਪੀ ਸੂਰਜ ਪ੍ਰਾਪਤ ਹੋਇਆ ਹੈ। ਤੇ ਫਿਰ ਉਹਨਾਂ ਨੂੰ ਗੁਰਮੁਖੋ ਬ੍ਰਹਮ ਗਿਆਨ ਰੂਪੀ ਦਾਤਾਂ ਪ੍ਰਾਪਤ ਹੁੰਦੀਆਂ। ਗੁਰੂ ਸੂਰਜ ਮਿਲੇਗਾ ਨਾ ਜਿਸ ਵੇਲੇ ਆ ਕੇ, ਬ੍ਰਹਮ ਗਿਆਨ ਰੂਪੀ ਪ੍ਰਕਾਸ਼ ਹੋ ਜਾਏਗਾ, ਬ੍ਰਹਮ ਦੀ ਅਵਸਥਾ ਵਿੱਚ ਪਹੁੰਚ ਜਾਣਗੇ। ਐਸੀਆਂ ਦਾਤਾਂ ਉਹਨਾਂ ਨੂੰ ਮਿਲ ਜਾਣਗੀਆਂ। ਤੇ ਮਹਾਰਾਜ ਸਾਹਿਬ ਜੀਆਂ ਨੇ ਕਈ ਉਦਾਹਰਨਾਂ ਦਿੱਤੀਆਂ ਗੁਰਬਾਣੀ ਦੇ ਵਿੱਚ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਲਲ ਨਿਵਾਸ ਜੈਸ ਮੀਨ ਨਾ ਘਟੈ ਰੁਚ। ਗੁਰਮੁਖਾਂ ਦੀ ਪ੍ਰੀਤੀ ਕਿਹੋ ਜੀ ਹੈ। ਪਾਣੀ ਦੇ ਵਿੱਚ ਮੱਛੀ ਰੋਜ਼ ਨਿਵਾਸ ਕਰਦੀ ਹੈ, ਦਿਨੇ ਵੀ ਪਾਣੀ ਵਿੱਚ ਰਹਿੰਦੀ ਹੈ, ਰਾਤ ਨੂੰ ਵੀ ਰਹਿੰਦੀ ਹੈ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮੱਛੀ ਦਾ ਪਿਆਰ ਘਟਿਆ ਨਹੀਂ ਪਾਣੀ ਦੇ ਨਾਲ। ਅਸੀਂ ਆਖ ਦਿੰਦੇ ਹਾਂ ਵੀ ਇਸ ਇਲਾਕੇ ਵਿੱਚ ਮੈਨੂੰ ਇੰਨੇ ਸਾਲ ਹੋ ਗਏ ਰਹਿੰਦੇ, ਹੁਣ ਮੇਰਾ ਰਹਿਣ ਨੂੰ ਜੀ ਨਹੀਂ ਕਰਦਾ। ਆਹ ਕੱਪੜਾ ਮੈਂ ਇੰਨੀ ਵਾਰੀ ਪਾ ਲਿਆ, ਹੁਣ ਮੇਰਾ ਪਾਉਣ ਨੂੰ ਜੀ ਨਹੀਂ ਕਰਦਾ। ਆਹ ਮੈਂ ਵਸਤੂ ਬਹੁਤੀ ਵਾਰ ਖਾ ਲਈ ਹੈ ਤੇ ਹੁਣ ਮੇਰਾ ਖਾਣ ਨੂੰ ਜੀ ਨਹੀਂ ਕਰਦਾ। ਆਹ ਬੰਦਾ ਮੈਨੂੰ ਬੜੀ ਵਾਰੀ ਮਿਲਿਆ, ਹੁਣ ਮੇਰਾ ਦੁਬਾਰਾ ਇਹਨੂੰ ਮਿਲਣ ਨੂੰ ਜੀ ਨਹੀਂ ਕਰਦਾ। ਸਾਡਾ ਮਨ ਬਦਲ ਜਾਂਦਾ ਹੈ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ। ਮੱਛੀ ਰੋਜ਼ ਇੱਕੇ ਤਲਾਬ ਵਿੱਚ ਰਹਿੰਦੀ ਹੈ, ਉਸੇ ਪਾਣੀ ਵਿੱਚ ਰਹਿੰਦੀ ਹੈ, ਪਰ ਮੱਛੀ ਦੀ ਰੁਚੀ ਘਟਦੀ ਨਹੀਂ, ਪਾਣੀ ਨਾਲ ਪ੍ਰੇਮ ਘਟਦਾ ਨਹੀਂ। ਕਿਉਂਕਿ ਮੱਛੀ ਨੂੰ ਪਤਾ ਕਿ ਇਸ ਪਾਣੀ ਵਿੱਚ ਮੇਰੀ ਜ਼ਿੰਦਗੀ ਹੈ, ਇਹ ਪਾਣੀ ਹੀ ਮੇਰੇ ਜਿਉਣਾ ਹੈ, ਇਹ ਪਾਣੀ ਕਰਕੇ ਹੀ ਮੇਰਾ ਜੀਵਨ ਹੈ। ਉਸੇ ਪਾਣੀ ਵਿੱਚ ਦਿਨੇ ਰਾਤ ਰਹਿੰਦੀ ਹੈ, ਪਰ ਤਮੰਨਾ ਨਹੀਂ ਕਰਦੀ ਵੀ ਪਾਣੀ ਨੂੰ ਛੱਡ ਕੇ ਬਾਹਰ ਚਲੀ ਜਾਵਾਂ। ਇਹ ਇੱਕ ਉਦਾਹਰਣ ਹੈ। ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ। ਦੀਵੇ ਦਾ ਪ੍ਰਕਾਸ਼ ਘੱਟ ਹੋ ਜਾਵੇ, ਪਤੰਗਾ ਨਹੀਂ ਚਾਹੁੰਦਾ। ਰਾਤ ਨੂੰ ਲਾਈਟ ਜਗਦੀ ਹੈ ਨਾ, ਬਲਬ ਜਗਦਾ, ਦੀਵਾ ਜਗਦਾ, ਤੇ ਉਹਦੇ ਚਾਰ ਚੁਫੇਰੇ ਪਤੰਗੇ ਭਮੱਕੜ ਜਿਹੜੇ ਉੱਡਦੇ ਫਿਰਦੇ। ਭਾਵੇਂ ਕਿ ਉਹ ਪਤੰਗਾ ਲਾਟ ਦੇ ਕੋਲ ਜਾਏਗਾ, ਸੜ ਜਾਏਗਾ, ਸੇਕ ਜ਼ਿਆਦਾ ਹੈ, ਮਰ ਜਾਏਗਾ। ਪਰ ਇੰਨਾ ਹੋਣ ਦੇ ਬਾਵਜੂਦ ਵੀ ਪਤੰਗਾ ਇਹ ਨਹੀਂ ਚਾਹੁੰਦਾ ਵੀ ਇਹਦੀ ਲਾਟ ਘਟੇ। ਉਹ ਕਹਿੰਦਾ ਲਾਟ ਇੰਨੀ ਰਹਿਣੀ ਚਾਹੀਦੀ ਹੈ, ਪ੍ਰਕਾਸ਼ ਇੰਨਾ ਹੀ ਰਹਿਣਾ ਚਾਹੀਦਾ, ਮੈਂ ਭਾਵੇਂ ਸੜ ਜਾਵਾਂ, ਭਾਵੇਂ ਮਰ ਜਾਵਾਂ, ਕੋਈ ਫਿਕਰ ਨਹੀਂ ਹੈ। ਇਹ ਦੂਜੀ ਉਦਾਹਰਨ ਹੈ। ਤੇ ਨਾਲੋਂ ਤਾਂ ਜਾਨਵਰ ਚੰਗੇ, ਪਸ਼ੂ ਚੰਗੇ, ਪੰਛੀ ਚੰਗੇ, ਜਿਨ੍ਹਾਂ ਦੀ ਐਸੀ ਪ੍ਰੀਤ ਹੈ। ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ। ਪਤੰਗੇ ਦੀ ਪ੍ਰੀਤੀ ਦੀਵੇ ਨਾਲ ਹੈ, ਪਰ ਪਤੰਗਾ ਕਦੇ ਨਹੀਂ ਚਾਹੁੰਦਾ ਵੀ ਦੀਵਾ ਬੁੱਝ ਜਾਵੇ, ਬਲਬ ਬੰਦ ਹੋ ਜਾਵੇ, ਜਾਂ ਮੈਂ ਅੱਜ ਤੋਂ ਬਾਅਦ ਇਸ ਬਲਬ ਨੂੰ, ਦੀਵੇ ਨੂੰ ਵੇਖਾਂਗਾ ਨਹੀਂ। ਰੋਜ਼ ਵੇਖਦਾ, ਵੇਖ ਵੇਖ ਕੇ ਆਪਣਾ ਜੀਵਨ ਜਿਉਂਦਾ ਹੈ। ਤੇ ਗੁਰੂ ਕਿਹਾ, ਸਿੱਖਾ ਤੇਰੀ ਤਮੰਨਾ ਬਦਲ ਜਾਂਦੀ ਹੈ, ਤੇਰਾ ਵਿਚਾਰ ਬਦਲ ਜਾਂਦਾ। ਕੁਸਮ ਸੁਬਾਸ ਜੈਸੇ ਤ੍ਰਿਪਤ ਨਾ ਮਦਬ ਕਉ। ਮਦਪ ਨਾਮ ਭੌਰੇ ਦਾ, ਭੌਰਾ ਲੈਂਦਾ ਨਾ ਸੁਗੰਧੀ ਫੁੱਲਾਂ ਦੀ, ਤੇ ਬਹੁਤਿਆਂ ਫੁੱਲਾਂ ਵਿੱਚੋਂ ਕਮਲ ਫੁੱਲ ਦੀ ਜ਼ਿਆਦਾ ਸੁਗੰਧੀ ਲੈਂਦਾ। ਕਮਲ ਫੁੱਲ ਦੇ ਨਾਲ ਉਹਦਾ ਜ਼ਿਆਦਾ ਪ੍ਰੇਮ ਹੈ, ਤਾਂ ਇਹ ਵਾਰ-ਵਾਰ ਭੌਰੇ ਦੀ ਤੇ ਕਮਲ ਫੁੱਲ ਦੀ ਉਦਾਹਰਨ ਦਿੱਤੀ ਜਾਂਦੀ ਹੈ। ਕਹਿਣ ਲੱਗੇ ਵੀ ਫੁੱਲ ਦੀ ਸੁਗੰਧੀ, ਕੁਸਮ ਬਾਸ, ਕੁਸਮ ਫੁੱਲ ਨੂੰ ਹੀ ਕਹਿੰਦੇ, ਫੁੱਲ ਦੀ ਸੁਗੰਧੀ ਲੈਂਦਾ ਹੈ ਭੌਰਾ, ਪਰ ਭੌਰੇ ਦੀ ਪ੍ਰੀਤੀ ਵੀ ਫੁੱਲ ਨਾਲੋਂ ਘਟੀ ਨਹੀਂ ਹੈ। ਭੌਰੇ ਨੇ ਇਹ ਨਹੀਂ ਆਖਿਆ ਵੀ ਅੱਜ ਮੈਂ ਸੁਗੰਧੀ ਲੈ ਲਈ ਹੈ, ਹੁਣ ਮੈਂ ਦੁਬਾਰਾ ਸੁਗੰਧੀ ਫੁੱਲ ਦੀ ਨਹੀਂ ਲਵਾਂਗਾ।
ਜਾਂ ਮੈਂ ਕਮਲ ਫੁੱਲ ਦੀ ਅੱਜ ਸੁਗੰਧੀ ਲੈ ਲਈ, ਹੁਣ ਦੁਬਾਰਾ ਕਮਲ ਫੁੱਲ ਦੀ ਸੁਗੰਧੀ ਨਹੀਂ ਲਵਾਂਗਾ। ਨਹੀਂ, ਉਹਦੀ ਪ੍ਰੀਤੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ, ਉਹ ਪ੍ਰੀਤੀ ਨੂੰ ਘਟਾ ਨਹੀਂ ਸਕਦਾ। ਇੰਨਾ ਪ੍ਰੇਮ ਭੌਰੇ ਦਾ ਕਮਲ ਫੁੱਲ ਨਾਲ ਬਣਿਆ। ਉਡਤ ਆਕਾਸ ਆਸ ਘਟੇ ਨਾ ਬਿਹੰਗ ਕੀ। ਅਗਲਾ ਬਚਨ ਭਾਈ ਗੁਰਦਾਸ ਜੀ ਕਹਿਣ ਲੱਗੇ, ਪੰਛੀ ਉੱਡਦਾ, ਕਹਿਣ ਲੱਗੇ ਗੁਰਮੁਖੋ ਆਕਾਸ਼ ਦੇ ਵਿੱਚ। ਆਕਾਸ਼ ਵਿੱਚ ਉੱਡਣ ਕਰਕੇ ਪੰਛੀ ਇਹ ਨਹੀਂ ਕਹਿੰਦਾ ਵੀ ਕੱਲ੍ਹ ਨੂੰ ਮੈਂ ਨਹੀਂ ਉੱਡਾਂਗਾ, ਮੈਂ ਅੱਜ ਉੱਡ ਲਿਆ, ਮੈਂ ਅੱਜ ਰੱਜ ਗਿਆ, ਕੱਲ੍ਹ ਨੂੰ ਮੇਰਾ ਜੀਅ ਨਹੀਂ ਕਰਨਾ ਉੱਡਣ ਨੂੰ, ਕਦੀ ਆਖਿਆ ਪੰਛੀ ਨੇ। ਭਾਵੇਂ ਕਿ ਆਕਾਸ਼ ਬੜਾ ਵੱਡਾ ਹੈ, ਉਸੇ ਆਕਾਸ਼ ਵਿੱਚ ਰੋਜ਼ ਉਡਾਰੀਆਂ ਲਾਉਂਦਾ ਹੈ, ਪਰ ਪੰਛੀ ਦੀ ਫਿਰ ਵੀ ਉਹ ਜਿਹੜੀ ਤਮੰਨਾ ਹੈ, ਜਿਹੜੀ ਇੱਛਾ ਹੈ ਉੱਡਣ ਦੀ, ਉਹ ਘਟੀ ਨਹੀਂ ਹੈ, ਸਗੋਂ ਬਰਕਰਾਰ ਹੈ। ਅੱਜ ਮੈਂ ਉੱਡਿਆ ਹਾਂ, ਕੱਲ੍ਹ ਨੂੰ ਹੋਰ ਮੈਂ ਜ਼ਿਆਦਾ ਉੱਡਾਂਗਾ। ਅੱਜ ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਗਿਆ, ਕੱਲ੍ਹ ਨੂੰ ਹੋਰ ਮੈਂ ਜ਼ਿਆਦਾ ਸਫ਼ਰ ਤੈਅ ਕਰਾਂਗਾ। ਕਹਿਣ ਲੱਗੇ ਆਕਾਸ਼ ਵੱਡਾ ਜ਼ਰੂਰ ਹੈ, ਪਰ ਪੰਛੀ ਦੀ ਤਮੰਨਾ ਘਟੀ ਨਹੀਂ ਹੈ, ਮੁੱਕੀ ਨਹੀਂ ਹੈ। ਘਟਾ ਘਨ ਘੋਰ ਮੋਰ ਚਾਤਰਕ ਹਿਰਦੈ ਉਲਾਸ। ਇਹ ਗੁਰਮੁਖੋ ਉਦਾਹਰਨਾਂ ਨੇ, ਸਮਝਣ ਵਾਸਤੇ ਵੀ ਗੁਰਬਾਣੀ ਸੌਖੀ ਸਮਝ ਪੈ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤੇ ਸਨ, ਭਾਈ ਗੁਰਦਾਸ ਜੀ ਤੁਹਾਡੀ ਗੁਰਬਾਣੀ ਚਾਬੀ ਹੈ, ਇਹ ਗੁਰੂ ਗ੍ਰੰਥ ਸਾਹਿਬ ਰੂਪੀ ਜੰਦਰੇ ਨੂੰ ਖੋਲ੍ਹੇਗੀ। ਜਿਹੜਾ ਸ਼ਬਦ ਤੁਹਾਨੂੰ ਪੜ੍ਹ ਕੇ ਸਮਝ ਨਾ ਆਵੇ, ਉਹਨੂੰ ਸੌਖਾ ਸਮਝਾਉਣ ਵਾਸਤੇ ਭਾਈ ਗੁਰਦਾਸ ਦੀ ਬਾਣੀ ਹੈ। ਇਹ ਉਦਾਹਰਨਾਂ ਨੇ ਸਮਝਣ ਵਾਸਤੇ ਵੀ ਗੁਰੂ ਦਾ ਸਿੱਖ ਦਾ ਪ੍ਰੇਮ ਕਿਸ ਤਰ੍ਹਾਂ ਦਾ ਹੁੰਦਾ। ਤੇ ਬਚਨ ਕੀਤਾ, ਕਹਿਣ ਲੱਗੇ ਘਟਾ ਘਨ ਘੋਰ। ਸਾਉਣ ਦਾ ਮਹੀਨਾ ਹੁੰਦਾ ਨਾ, ਭਾਦਰੋਂ ਦਾ, ਤੇ ਬੜੀਆਂ ਕਾਲੀਆਂ ਘਟਾ ਚੜ੍ਹ ਕੇ ਆਉਂਦੀਆਂ ਆਕਾਸ਼ ਦੇ ਉੱਪਰ। ਤੇ ਕਹਿਣ ਲੱਗੇ ਜਦੋਂ ਘਟਾ ਚੜ੍ਹਦੀਆਂ ਨੇ ਤੇ ਬੱਦਲ ਗੜਗੜ ਕਰਕੇ ਗੱਜਦੇ ਨੇ। ਮੋਰ ਚਾਤਰਕ ਹਿਰਦੈ ਉਲਾਸ। ਮੋਰ ਤੇ ਬਬੀਹੇ ਬੜੇ ਖੁਸ਼ ਹੁੰਦੇ, ਬੱਦਲਾਂ ਨੂੰ ਆਇਆ ਵੇਖ ਕੇ ਤੇ ਮੋਰ ਪੈਲ ਪਾਉਣ ਲੱਗ ਪੈਂਦਾ। ਬੱਦਲਾਂ ਨੂੰ ਆਇਆ ਵੇਖ ਕੇ ਤੇ ਬਬੀਹਾ ਖੁਸ਼ ਹੋ ਜਾਂਦਾ ਵੀ ਸਵਾਤੀ ਬੂੰਦ ਮਿਲੇਗੀ। ਨਾ ਬਬੀਹੇ ਦੀ ਇੱਛਾ ਘਟੀ ਹੈ, ਨਾ ਮੋਰ ਦੀ ਇੱਛਾ ਘਟੀ ਹੈ। ਦੋਨੇ ਹੀ ਬੜੇ ਖੁਸ਼ ਹੋਏ, ਦੋਨੇ ਹੀ ਬੜੇ ਪ੍ਰਸੰਨ ਹੋਏ, ਕਿਉਂਕਿ ਬਬੀਹੇ ਤੇ ਮੋਰ ਦਾ ਪ੍ਰੇਮ ਹੈ ਬੱਦਲਾਂ ਦੇ ਨਾਲ, ਬੱਦਲ ਦੇ ਨਾਲ। ਉਹ ਪ੍ਰੇਮ ਹੀ ਜਿਹੜਾ ਹੈ ਉਹ ਕਦੇ ਘਟਦਾ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ। ਤੇ ਫਿਰ ਬਚਨ ਕਰਦੇ, ਕਹਿਣ ਲੱਗੇ ਨਾਦ ਬਾਦ ਸੁਣਤ ਰਾਤ ਘਟੇ ਨਾ ਕੁਰੰਗ ਕੀ। ਜਿਹੜਾ ਹਿਰਨ ਹੈ ਨਾ ਗੁਰਮੁਖੋ ਹਿਰਨ, ਉਸ ਨੂੰ ਪਕੜਨ ਵਾਸਤੇ ਸ਼ਿਕਾਰੀ ਜਿਹੜੇ ਨੇ ਘੜੇ ਹੇੜੇ ਦਾ ਸ਼ਬਦ ਵਜਾਉਂਦੇ ਨੇ। ਘੜਾ ਲੈ ਕੇ ਨਾ, ਘੜਾ, ਤੇ ਘੜੇ ਨੂੰ ਤਿਆਰ ਕਰਕੇ ਉਹਦੇ ਉੱਪਰ ਹੱਥ ਮਾਰਿਆ ਜਾਂਦਾ, ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ। ਉਹ ਜਿਹੜੀ ਆਵਾਜ਼ ਹੈ ਉਹ ਬੜੀ ਚੰਗੀ ਲੱਗਦੀ ਹੈ ਹਿਰਨ ਨੂੰ, ਉਹਨੂੰ ਕਿਹਾ ਜਾਂਦਾ ਘੜੇ ਹੇੜੇ ਦਾ ਸ਼ਬਦ। ਉਹ ਇੰਨੀ ਆਵਾਜ਼ ਚੰਗੀ ਲੱਗਦੀ ਹੈ, ਹਿਰਨ ਜਿੱਥੇ ਵੀ ਕਿਤੇ ਚਰਦਾ ਪਿਆ ਨਾ, ਬੈਠਾ ਹੋਇਆ, ਸੁੱਤਾ ਹੋਇਆ, ਉਹ ਆਵਾਜ਼ ਉਹਦੇ ਕੰਨਾਂ ਤੱਕ ਜਾਣੀ ਚਾਹੀਦੀ ਹੈ। ਜੇ ਉਹਦੇ ਕੰਨਾਂ ਤੱਕ ਆਵਾਜ਼ ਚਲੇਗੀ, ਉਹ ਹਿਰਨ ਉੱਥੋਂ ਚੱਲੇਗਾ, ਉਸ ਘੜੇ ਦੇ ਨਾਲ ਆ ਕੇ ਆਪਣਾ ਸਿਰ ਲਾ ਦੇਗਾ, ਆਪਣਾ ਕੰਨ ਲਾ ਕੇ ਸੁਣੇਗਾ। ਇੰਨਾ ਪ੍ਰੇਮ ਹੈ। ਹਿਰਨ ਨੂੰ ਇਹ ਗੱਲ ਭੁੱਲ ਗਈ ਹੈ ਕਿ ਇਹ ਬੰਦਾ ਮੈਨੂੰ ਪਕੜ ਲਵੇਗਾ, ਇਹ ਸ਼ਿਕਾਰੀ ਮੈਨੂੰ ਗ੍ਰਿਫਤਾਰ ਕਰ ਲਵੇਗਾ, ਇਹ ਮੈਨੂੰ ਮਾਰ ਦੇਵੇਗਾ, ਮੈਨੂੰ ਮੇਰੇ ਪਰਿਵਾਰ ਵਿੱਚੋਂ ਵੱਖਰਾ ਕਰ ਦੇਵੇਗਾ। ਇਹ ਗੱਲ ਉਸ ਨੂੰ ਭੁੱਲ ਗਈ ਹੈ। ਉਹਦਾ ਤੇ ਸ਼ਬਦ ਨਾਲ ਹੀ ਪਿਆਰ ਹੈ, ਘੜੇ ਹੇੜੇ ਦੇ ਨਾਲ। ਨਾਦ ਬਾਦ ਸੁਣਤ ਰਾਤ ਘਟੈ ਨਾ ਕੁਰੰਗ ਕੀ। ਤੈਸੇ ਪ੍ਰੇਮ ਰਸ ਰਸਕ ਰਸਾਲ ਸੰਤ। ਜਿਹੜੇ ਸੰਤ ਨੇ, ਰੱਬ ਦੇ ਪਿਆਰੇ ਸਾਧੂ ਨੇ, ਬਿਲਕੁਲ ਇਨ ਭਿੰਨ ਉਹਨਾਂ ਦਾ ਪਿਆਰ ਵੀ ਇਸੇ ਤਰ੍ਹਾਂ ਦਾ ਹੀ ਹੈ। ਸੰਤ ਦਾ ਪਿਆਰ, ਸਿੱਖ ਦਾ ਪਿਆਰ ਕਿਹੋ ਜਿਹਾ? ਜਿਵੇਂ ਕਹਿਣ ਲੱਗੇ ਮੱਛੀ ਦਾ ਪਿਆਰ ਪਾਣੀ ਦੇ ਨਾਲ। ਮੱਛੀ ਰੋਜ਼ ਪਾਣੀ ਵਿੱਚ ਤਾਰੀ ਲਾਉਂਦੀ ਹੈ, ਪਰ ਕਦੇ ਨਹੀਂ ਆਖਦੀ ਵੀ ਮੈਂ ਰੱਜ ਗਈ, ਅੱਜ ਤਾਰੀ ਨਹੀਂ ਲਾਵਾਂਗੀ, ਅੱਜ ਮੈਂ ਪਾਣੀ ਤੋਂ ਬਾਹਰ ਹੋ ਕੇ ਬੈਠ ਜਾਵਾਂ। ਕਹਿਣ ਲੱਗੇ ਪਤੰਗਾ ਰੋਜ਼ ਦੀਵੇ ਨੂੰ ਵੇਖਦਾ ਹੈ, ਪਰ ਪਤੰਗਾ ਕਦੇ ਨਹੀਂ ਕਹਿੰਦਾ ਵੀ ਕੱਲ੍ਹ ਵੀ ਦੀਵਾ ਵੇਖਿਆ ਤੇ ਅੱਜ ਮੈਂ ਨਹੀਂ ਵੇਖਣਾ, ਉਹ ਰੋਜ਼ ਵੇਖਦਾ ਹੈ। ਕਹਿਣ ਲੱਗੇ ਭੌਰਾ ਰੋਜ਼ ਸੁਗੰਧੀ ਲੈਂਦਾ ਕਮਲ ਫੁੱਲ ਦੀ, ਪਰ ਭੌਰਾ ਕਦੇ ਇਹ ਨਹੀਂ ਕਹਿੰਦਾ ਵੀ ਕੱਲ੍ਹ ਵੀ ਸੁਗੰਧੀ ਲਈ ਹੈ ਤੇ ਮੈਂ ਅੱਜ ਕਿਉਂ ਲਵਾਂ, ਉਹ ਰੋਜ਼ ਸੁਗੰਧੀ ਲੈਂਦਾ ਹੈ। ਇਸੇ ਤਰ੍ਹਾਂ ਗੁਰਮੁਖੋ ਪੰਛੀ ਉੱਡਿਆ ਆਕਾਸ਼ ਦੇ ਵਿੱਚ, ਬੜੀਆਂ ਮੌਜਾਂ ਮਾਣੀਆਂ,
ਪਰ ਪੰਛੀ ਕਦੇ ਇਹ ਨਹੀਂ ਕਹਿੰਦਾ ਵੀ ਮੈਂ ਕੱਲ੍ਹ ਵੀ ਉੱਡਿਆ ਸੀ ਤੇ ਅੱਜ ਵੀ ਕਿਉਂ ਉੱਡਣਾ, ਮੈਂ ਬਹਿ ਹੀ ਜਾਵਾਂ, ਅੱਜ ਨਹੀਂ ਮੈਨੂੰ ਲੋੜ ਹੈ। ਨਹੀਂ, ਉਹ ਰੋਜ਼ ਦੀ ਰੋਜ਼ ਉੱਡਦਾ ਹੈ। ਤੇ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਜਦੋਂ ਬੱਦਲ ਆਉਂਦੇ ਨੇ ਮੋਰ ਨੱਚਦਾ ਹੈ, ਬੱਦਲਾਂ ਦੀ ਗੜਗੜਾਹਟ ਸੁਣ ਕੇ ਮੋਰ ਖੁਸ਼ ਹੁੰਦਾ ਹੈ। ਕਦੇ ਮੋਰ ਨੇ ਇਹ ਨਹੀਂ ਆਖਿਆ ਵੀ ਬੱਦਲ ਤਾਂ ਉਹੀ ਹੈ ਜਿਹੜਾ ਪਿਛਲੇ ਸਾਲ ਆਇਆ ਸੀ, ਮੈਂ ਕਿਉਂ ਖੁਸ਼ ਨਾ ਹੋਵਾਂ। ਨਹੀਂ, ਉਹ ਵੇਖ ਕੇ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਘੱਡੇ ਹੇੜੇ ਦਾ ਸ਼ਬਦ ਸੁਣ ਕੇ ਹਿਰਨ ਆਪਣਾ ਕੰਨ ਉਹਦੇ ਨਾਲ ਆ ਕੇ ਲਾ ਦਿੰਦਾ, ਭਾਵੇਂ ਫੜਿਆ ਜਾਵੇ ਤੇ ਭਾਵੇਂ ਮਾਰ ਦਿੱਤਾ ਜਾਵੇ। ਇਹ ਦੁਨੀਆ ਦੀਆਂ ਉਦਾਹਰਨਾਂ ਨੇ, ਸਾਨੂੰ ਸਮਝਾਈਆਂ ਨੇ ਵੀ ਇਸ ਤਰ੍ਹਾਂ ਇਹ ਜੀਵ ਪਿਆਰ ਕਰਦੇ ਨੇ। ਇਸੇ ਤਰ੍ਹਾਂ ਦਾ ਬਿਲਕੁਲ ਪਿਆਰ ਜਿਹੜਾ ਹੈ, ਤੈਸੇ ਪ੍ਰੇਮ ਰਸਕ ਰਸਕ ਰਸਾਲ ਸੰਤ, ਜਿਹੜੇ ਸੰਤ ਨੇ ਉਹ ਪ੍ਰਮਾਤਮਾ ਨਾਲ ਕਰਦੇ ਪਿਆਰ ਤੇ ਬੜੇ ਰਸ ਲੈ ਲੈ ਕੇ ਫਿਰ ਕਰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਵਾਦ ਲੈ ਕੇ, ਆਨੰਦ ਲੈ ਕੇ। ਸਾਡੇ ਵਾਂਗੂ ਨਹੀਂ ਵੀ ਗਿਣਤੀ ਪੂਰੀ ਕਰਨੀ ਹੈ ਵਾਹਿਗੁਰੂ 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 ਕਰੀ ਜਾਣਾ, ਨਹੀਂ, ਬੜਾ ਸਵਾਦ ਲੈ ਲੈ ਕੇ। ਭਿੰਨੀ ਰੈਣੜੀਏ ਚਾਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨਦਿਨੋ। ਰੱਬ ਦੇ ਪਿਆਰੇ ਰਾਤ ਨੂੰ ਵੀ ਚੌਂਕੜਾ ਲਾ ਕੇ ਬੈਠੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਪਏ, ਦਿਨੇ ਵੀ ਬੈਠੇ ਹੋਏ। ਜਿਵੇਂ ਮੱਛੀ ਪਾਣੀ ਨੂੰ ਨਹੀਂ ਛੱਡ ਸਕਦੀ ਹੈ, ਪਤੰਗਾ ਦੀਵੇ ਦੀ ਲਾਟ ਨੂੰ ਨਹੀਂ ਛੱਡ ਸਕਦਾ, ਭੌਰਾ ਕਮਲ ਦੇ ਫੁੱਲ ਨੂੰ ਨਹੀਂ ਛੱਡ ਸਕਦਾ, ਜਿਵੇਂ ਇਹਨਾਂ ਦਾ ਪਿਆਰ ਹੈ, ਸੰਤ ਦਾ ਪਿਆਰ ਵੀ ਇਸੇ ਤਰ੍ਹਾਂ ਗੁਰੂ ਦੇ ਨਾਲ ਹੈ। ਘਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ, ਹਰੇਕ ਅੰਗ ਚਾਹੁੰਦਾ ਹੈ ਕਿ ਮੈਨੂੰ ਗੁਰੂ ਦੀ ਪ੍ਰਾਪਤੀ ਹੋਵੇ। ਜਿਵੇਂ ਅਸੀਂ ਹਨ, ਅਸੀਂ ਕੀ ਸੋਚਦੇ ਹਾਂ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਅਸੀਂ ਇਹ ਸੋਚਦੇ ਹਾਂ ਵੀ ਜੇ ਮੇਰੇ ਕੋਲ ਪੈਸਾ ਹੋਇਆ ਨਾ ਤਾਂ ਮੈਂ ਹੱਥ ਵਿੱਚ ਚੂੜੀ ਬਣਾ ਕੇ ਪਾਵਾਂਗਾ, ਕੜਾ ਬਣਾ ਕੇ ਪਾਵਾਂਗਾ, ਸਾਡੇ ਹੱਥ 'ਤੇ ਖੁਰਕਣ ਲੱਗ ਪੈਂਦੀ ਬਾਂਹ ਦੇ ਉੱਪਰ। ਅਸੀਂ ਬੜੀਆਂ ਯੋਜਨਾਵਾਂ ਬਣਾਉਂਦੇ, ਮਾਇਆ ਆਵੇਗੀ ਤੇ ਮੈਂ ਇਹ ਬਣਾਵਾਂਗਾ, ਮਾਇਆ ਆਵੇਗੀ ਮੁੰਦਰੀ ਛੱਲਾ ਬਣਾਵਾਂਗਾ, ਮਾਇਆ ਆਵੇਗੀ ਮੈਂ ਹਾਰ ਬਣਾ ਲਵਾਂਗਾ, ਪੈਸਾ ਆਵੇਗਾ ਸੋਹਣਾ ਘਰ ਬਣਾਵਾਂਗਾ, ਵੇਖਣ ਲੱਗ ਪੈਂਦਾ। ਸਾਡੀ ਇਹ ਇੱਛਾ ਵੀ ਸਾਡੇ ਕੋਲ ਮਾਇਆ ਆਵੇ ਤੇ ਅਸੀਂ ਇਹ ਕੁਝ ਕਰੀਏ। ਸਾਡਾ ਅੰਗ ਸਰੀਰ ਵੀ ਉਸੇ ਤਰ੍ਹਾਂ ਦੀ ਹਰਕਤਾਂ ਕਰਦਾ ਹੈ, ਸਰੀਰ ਦੇ ਵਿੱਚ ਬਦਲਾਅ ਵੀ ਉਸੇ ਤਰ੍ਹਾਂ ਦਾ ਹੀ ਆ ਜਾਂਦਾ। ਅਜੇ ਮਾਇਆ ਕੋਲ ਆਈ ਨਹੀਂ ਹੈ, ਮਾਇਆ ਅਜੇ ਦੂਰ ਹੈ, ਆਉਣੀ ਹੈ, ਪਰ ਸਾਡੇ ਵਿੱਚ ਪਹਿਲਾਂ ਹੀ ਮਾਨ ਆ ਗਿਆ, ਆਕੜ ਪਹਿਲਾਂ ਆ ਗਈ, ਹੰਕਾਰ ਪਹਿਲਾਂ ਆ ਗਿਆ, ਸਾਡਾ ਖਾਣਾ ਪੀਣਾ ਬੋਲਣਾ ਚੱਲਣਾ ਸਭ ਕੁਝ ਬਦਲ ਗਿਆ। ਇਸੇ ਤਰ੍ਹਾਂ ਕਹਿਣ ਲੱਗੇ ਜਿਹੜੇ ਸੰਤ ਨੇ ਨਾ ਗੁਰਮੁਖੋ, ਉਹਨਾਂ ਦੇ ਹਰੇਕ ਅੰਗ ਦੇ ਵਿੱਚ ਪਰਮਾਤਮਾ ਦੀ ਇੱਛਾ ਜਾਗ ਪੈਂਦੀ ਹੈ। ਅੱਖਾਂ ਦੀ ਇੱਛਾ ਇਹ ਹੈ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ। ਉਹਨਾਂ ਦੇ ਕੰਨ ਇਹ ਗੱਲ ਕਹਿੰਦੇ ਨੇ ਵੀ ਮੈਂ ਤੇ ਸ਼ਰਵਣ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਕੰਨ ਚਾਹੁੰਦੇ ਨੇ ਵੀ ਕਿਹੜਾ ਵੇਲਾ ਹੋਵੇ ਜਦੋਂ ਕੀਰਤਨ ਦੀ ਆਵਾਜ਼ ਪਵੇ, ਇਹ ਸੰਤ ਦੀ ਅਵਸਥਾ ਹੈ। ਅੱਖਾਂ ਕਹਿੰਦੀਆਂ ਨੇ ਕਿਹੜਾ ਵੇਲਾ ਹੋਵੇ, ਕੁਰਬਾਨ ਜਾਈ ਉਸ ਵੇਲਾ ਸੁਹਾਈ ਜਦ ਤੁਮਰੈ ਦੁਆਰੈ, ਮੈਂ ਤੇਰੇ ਦਰ ਤੇ ਕਦੋਂ ਆਵਾਂ ਤੇਰੇ ਦਰਸ਼ਨ। ਤਾਂ ਹੀ ਆਖਿਆ ਨਾ ਫਰੀਦਾ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ। ਸੰਤ ਨੂੰ ਇੱਛਾ ਰਹਿੰਦੀ ਹੈ ਵੀ ਸਾਧੂ ਕਿਸੇ ਗੁਰਮੁਖ ਦੇ ਦਰਸ਼ਨ ਹੋ ਜਾਣ, ਗੁਰੂ ਦੇ ਦਰਸ਼ਨ ਹੋ ਜਾਣ। ਉਹਨਾਂ ਦੇ ਹੱਥਾਂ ਵਿੱਚ ਇਹ ਗੱਲ ਰਹਿੰਦੀ ਹੈ ਵੀ ਅਸੀਂ ਸੇਵਾ ਕਰੀਏ, ਪੈਰਾਂ ਵਿੱਚ ਇਹ ਹਰਕਤ ਰਹਿੰਦੀ ਹੈ ਚੱਲ ਕੇ ਸਤ ਸੰਗਤ ਵਿੱਚ ਜਾਈਏ। ਇਹ ਉਹਨਾਂ ਗੁਰਮੁਖਾਂ ਦੀ ਅੰਗ ਅੰਗ ਦੀ ਪ੍ਰਬਲ ਇੱਛਾ ਹੋ ਜਾਂਦੀ ਹੈ, ਅੰਗ ਅੰਗ ਦੀ ਬਹੁਤੀ ਇੱਛਾ ਹੋ ਜਾਂਦੀ ਹੈ। ਹਰੇਕ ਅੰਗ ਤੜਫਦਾ ਪਿਆ, ਜ਼ੋਰ ਲਾਉਂਦਾ ਪਿਆ ਮੈਨੂੰ ਪਰਮਾਤਮਾ ਕਿਵੇਂ ਪ੍ਰਾਪਤ ਹੋਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਨਕ ਸੂਖ ਚਕਵੀ ਨਹੀਂ ਚਾਹਤ, ਆਨੰਦ ਪੂਰਨ ਦੇ। ਹਾਂ, ਚਕਵੀ ਦੇ ਅੱਗੇ ਜਿੰਨੇ ਮਰਜ਼ੀ ਸੁੱਖ ਰੱਖ ਦਿਓ, ਪਰ ਚਕਵੀ ਨੂੰ ਕੇਵਲ ਚਕਵਾ ਹੀ ਚਾਹੀਦਾ, ਉਹਨੂੰ ਵੇਖ ਕੇ ਹੀ ਉਹਨੂੰ ਸੁੱਖ ਮਿਲੇਗਾ। ਚਕਵੇ ਨੂੰ ਤਾਂ ਵੇਖੇਗੀ ਜੇ ਸੂਦ ਚੜ੍ਹੇਗਾ। ਇਸੇ ਤਰ੍ਹਾਂ ਗੁਰਮੁਖੋ ਅਸੀਂ ਹਾਂ ਚਕਵੀ ਵਰਗੇ, ਸਾਨੂੰ ਚਾਹੀਦਾ ਸੂਰਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਰਗਾ। ਜਦੋਂ ਗੁਰੂ ਰੂਪੀ ਸੂਰਜ ਦੇ ਕੋਲ ਜਾਵਾਂਗੇ, ਸਤਿਗੁਰੂ ਫਿਰ ਸਾਨੂੰ ਸ਼ਬਦ ਦਾ ਪ੍ਰਕਾਸ਼ ਜਿਸ ਵੇਲੇ ਬਖਸ਼ਿਸ਼ ਕਰਨਗੇ, ਫਿਰ ਬ੍ਰਹਮ ਗਿਆਨ ਰੂਪੀ ਚਕਵਾ ਪ੍ਰਾਪਤ ਹੋਵੇਗਾ।
ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚ ਜਾਵਾਂਗੇ। ਆਨ ਪਾਵ ਨਾ ਜੀਵਤ ਮੀਨਾ ਬਿਨ ਜਲ ਮਰਨਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੋਰ ਕਿਸੇ ਉਪਾਅ ਦੇ ਨਾਲ ਮੱਛੀ ਜਿਉਂਦੀ ਨਹੀਂ ਰਹਿ ਸਕਦੀ ਹੈ। ਰੇਸ਼ਮ ਦਾ ਕੱਪੜਾ ਬੜਾ ਹੀ ਮਹਿੰਗਾ ਹੈ, ਸੋਨੇ ਦੀ ਥਾਲੀ ਬੜੀ ਮਹਿੰਗੀ ਹੈ। ਮੱਛੀ ਨੂੰ ਪਾਣੀ ਵਿੱਚੋਂ ਕੱਢੋ, ਸੋਨੇ ਦੀ ਥਾਲੀ ਵਿੱਚ ਰੱਖ ਦਿਓ ਤੇ ਨਾਲ ਕਹੋ ਵੀ ਵਾਹ ਵੀ ਮੱਛੀਏ, ਤੇਰੇ ਕਿੰਨੇ ਵੱਡੇ ਭਾਗ, ਤੈਨੂੰ ਮਹਿੰਗੀ ਥਾਲੀ ਵਿੱਚ ਰੱਖਿਆ। ਮੱਛੀ ਤੜਫੇਗੀ ਉਸ ਵੇਲੇ, ਨਹੀਂ ਮਹਿੰਗੀ ਥਾਲੀ ਦੀ ਲੋੜ ਨਹੀਂ, ਮੈਨੂੰ ਪਾਣੀ ਦੀ ਲੋੜ ਹੈ। ਮਹਾਰਾਜ ਕਹਿਣ ਲੱਗੇ ਜਿੰਨੇ ਮਰਜ਼ੀ ਯਤਨ ਕਰ ਲੈ, ਮੱਛੀ ਪਾਣੀ ਬਿਨਾਂ ਰਹਿ ਨਹੀਂ ਸਕਦੀ, ਮਰ ਜਾਂਦੀ ਹੈ। ਬਿਨ ਜਲ ਮਰਨਾ ਤੇ ਹਾਂ, ਜਲ ਤੋਂ ਬਿਨਾਂ ਉਸ ਦਾ ਮਰਨਾ ਬਿਲਕੁਲ ਤੈਅ ਹੈ, ਮਰ ਜਾਏਗੀ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹ ਜੀਵ ਰੂਪ ਜਿਹੜੀ ਮੱਛੀ ਹੈ ਇਹ ਪ੍ਰੇਮ ਰੂਪੀ ਜਲ ਤੋਂ ਬਿਨਾਂ ਰਹਿ ਨਹੀਂ ਸਕਦੀ ਹੈ, ਐਸੀ ਭਾਵਨਾ ਬਣਦੀ ਹੈ। ਹਮ ਅਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਹੈ। ਸਤਿਗੁਰੂ ਪਾਤਸ਼ਾਹ ਬੇਨਤੀ ਕਰ, ਮਹਾਰਾਜ ਤੁਸੀਂ ਨਾਥ ਕਹੀਏ ਮਾਲਕ ਹੋ, ਮੈਂ ਅਨਾਥ ਯਤੀਮ ਹਾਂ, ਤੁਸੀਂ ਮੇਰੇ ਮਾਲਕ ਹੋ। ਹਮ ਅਨਾਥ ਮੈਂ ਯਤੀਮ, ਨਾਥ ਤੁਮ ਸ਼ਰਣੀ, ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪਣੀ ਕਿਰਪਾ ਕਰੇ ਹਾਂ, ਆਪਣੀ ਕਿਰਪਾ ਸਾਡੇ ਤੇ ਕਰਨੀ ਕਰੋ। ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕਹੇ। ਆਪ ਜੀ ਦੇ ਜਿਹੜੇ ਚਰਨ ਨੇ ਕਮਲਾਂ ਵਰਗੇ ਬੜੇ ਸੁੰਦਰ ਨੇ, ਉਹਨਾਂ ਸੋਹਣੇ ਚਰਨਾਂ ਨੂੰ ਮੈਂ ਆਰਾਧਦਾ ਹਾਂ। ਤਿਸ ਬਿਨ ਆਨ ਨਾ ਕਹੇ, ਉਹਦੇ ਤੋਂ ਬਿਨਾਂ ਮੈਨੂੰ ਆਨ ਕਹੀਏ ਹੋਰ ਕੁਝ ਨਹੀਂ ਚਾਹੀਦਾ। ਜੇ ਮੈਨੂੰ ਚਾਹੀਦਾ ਤੇ ਤੁਹਾਡੇ ਕੇਵਲ ਕਮਲਾਂ ਵਰਗੇ ਸੁੰਦਰ ਚਰਨ ਚਾਹੀਦੇ, ਇਸੇ ਨਾਲ ਹੀ ਮੈਨੂੰ ਪ੍ਰਾਪਤੀ ਹੈ। ਇਹਦੇ ਤੋਂ ਬਿਨਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੇਰੇ ਤੇ ਕਿਰਪਾ ਕਰੋ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸਣੀ, ਜੋ ਹੋਵੇ ਸਾਹਿਬ ਸਿਓ ਮੇਲ। ਹਮ ਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਹੈ। ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।